ਨਾਨਕ ਸਿੰਘ ਦਾ ਨਾਵਲ ਮੰਝਧਾਰ ਦੇ 18ਵੇਂ ਅੰਗ ਦਾ ਬਾਕੀ ਦਾ ਹਿੱਸਾ। ਡਾਕਟਰ ਨੇ ਆਪਣਾ ਬਿਆਨ ਜਾਰੀ ਰੱਖਿਆ ਤੇ ਪੁੰਨਿਆ ਜੀ ਉਸ MLA ਦੀਆਂ ਗੱਲਾਂ ਝੂਠ ਨਹੀਂ ਸਨ, ਜਦ ਕਿ ਉਹ ਤੋਂ ਪਹਿਲਾਂ ਕਈ ਵਾਰੀ ਮੈਂ ਆਜ਼ਮਾ ਕੇ ਵੇਖ ਚੁੱਕਾ ਸਾਂ। ਕਈ ਕੇਸ ਮੈਂ ਖੁਦ ਫੜੇ ਤੇ ਫੜ ਕੇ ਮੁਲਜ਼ਮਾਂ ਨੂੰ ਕਾਨੂੰਨ ਦੇ ਹਵਾਲੇ ਕਰ ਚੁੱਕਾ ਸੀ। ਜਿਉਂ ਹੀ ਮੈਂ ਕਿਸੇ MLA ਜਾਂ ਕਿਸੇ ਮਸ਼ਹੂਰ ਕਾਂਗਰਸੀ ਦਾ ਗੁਪਤ ਹੱਥ ਇਸ ਤਗਾਸੇ ਦੇ ਗਵਾਹਾਂ ਦੀ ਪਿੱਠ 'ਤੇ ਫਿਰਦਾ ਤੇ ਅਦਮ ਸਬੂਤ ਦੀ ਹਾਲਤ ਵਿੱਚ ਜਾਂ ਸ਼ੱਕ ਦੀ ਬਿਨਾਂ 'ਤੇ ਅਦਾਲਤ ਨੂੰ ਮਜਬੂਰਨ ਉਹਨਾਂ ਨੂੰ ਬਰੀ ਕਰ ਦੇਣਾ ਪੈਂਦਾ ਸੀ। ਸੋ ਅਖੀਰ ਮੈਨੂੰ ਵੀ ਉਸ MLA ਦੀ ਰਾਈ ਅੱਗੇ ਝੁਕਣਾ ਪਿਆ। ਇਹੋ ਮੇਰੀ ਜ਼ਿੰਦਗੀ 'ਚ ਪਹਿਲਾ ਮੌਕਾ ਸੀ ਜਦ ਮੈਂ ਡਰ ਤੇ ਲੋਭ ਦਾ ਸ਼ਿਕਾਰ ਹੋ ਕੇ ਆਪਣੇ ਅਸੂਲ ਤੋਂ ਡਿੱਗਿਆ। ਅਖੀਰ ਸਾਡਾ ਸਮਝੌਤਾ ਇਸ ਸ਼ਰਤ 'ਤੇ ਹੋ ਗਿਆ ਕਿ ਉਹਨਾਂ 5 ਟਰੱਕਾਂ 'ਚੋਂ ਜਿਹੜਾ ਇੱਕ ਮੈਂ ਚਾਹਾਂ ਲੈ ਜਾਵਾਂ। ਟਰੱਕ ਲਦੀਂਦੇ ਮੈਂ ਆਪਣੀ ਅੱਖਾਂ ਨਾਲ ਤੱਕੇ, ਜਿਸ ਕਰਕੇ ਮੇਰੀ ਉਂਗਲ ਉਸ ਟਰੱਕ 'ਤੇ ਜਾ ਟਿਕੀ ਜਿਸ 'ਚ ਨਿਰੇ ਟਰੰਕ, ਸੰਦੂਕ ਤੇ ਸੂਟਕੇਸ ਹੀ ਲੱਦੇ ਸੀ। ਫਿਰ ਉਹਨਾਂ 'ਚੋਂ ਕੀ ਕੁਝ ਨਿਕਲਿਆ? ਪੁੰਨਿਆ ਨੇ ਤਾਨੇ ਦੇ ਰੰਗ 'ਚ ਪੁੱਛਿਆ। ਡਾਕਟਰ ਦੱਸਣ ਲੱਗਾ, ਪਤਾ ਨਹੀਂ ਕਿੱਡਾ ਕਮਾਲਦਾਰ ਸੀ ਉਹ, ਉਸ ਘਰ ਦਾ ਮਾਲਕ ਜਿਹਨੇ ਇੰਨਾ ਸੋਨਾ, ਚਾਂਦੀ, ਸਮਾਨ ਇਕੱਠਾ ਕੀਤਾ ਸੀ, ਜਿਹੜਾ ਟਰੰਕ ਖੋਲ੍ਹਦਾ ਵੱਧ ਤੋਂ ਵੱਧ ਕੀਮਤੀ ਸਮਾਨ ਨਾਲ ਭਰਿਆ ਹੋਇਆ। ਉਹਨਾਂ 'ਚੋਂ ਕੁਝ ਟਰੰਕ ਐਸੇ ਵੀ ਸਨ ਜਿਨ੍ਹਾਂ 'ਚੋਂ ਵਰੀ ਦਾ ਸਮਾਨ ਸੀ। ਮਗਰੋਂ ਪਤਾ ਲੱਗਾ ਉਸ ਨਿਕਾਸੀ ਨੇ ਲੜਕੇ ਦਾ ਵਿਆਹ ਰਚਿਆ ਹੋਇਆ ਸੀ। ਉਸ ਤੋਂ ਬਾਅਦ? ਪੁੰਨਿਆ ਨੇ ਪੁੱਛਿਆ। ਉਸ ਤੋਂ ਬਾਅਦ ਕੀ ਦੱਸਾਂ? ਪਤਾ ਨਹੀਂ ਮੈਨੂੰ ਕੀ ਹੋ ਗਿਆ ਕਿ ਉਹਨਾਂ ਚੀਜ਼ਾਂ ਨੂੰ ਵੇਖਦੇ ਹੀ ਮੇਰੇ ਅੰਦਰ ਅੱਗ ਜੀ ਭੜਕ ਉੱਠੀ। ਦਿਲ ਕਰੇ ਸਾਰੇ ਸ਼ਹਿਰ ਦੇ ਇਹੋ ਜਿਹੇ ਮਕਾਨਾਂ ਨੂੰ ਰਾਤੋਂ ਰਾਤ ਭੰਨ ਕੇ ਅੰਦਰ ਪਾ ਲਵਾਂ। ਬਸ ਉਸ ਦਿਨ ਤੋਂ ਬਾਅਦ ਮੇਰੀ ਇਮਾਨਦਾਰੀ, ਮੇਰੀ ਦਿਆਨਤਦਾਰੀ, ਮੇਰੀ ਅਸੂਲ ਪ੍ਰਸਤੀ ਸਭ ਕੁਝ ਖੰਭ ਲਾ ਕੇ ਉੱਡ ਗਿਆ। ਅੰਦਰ ਖਾਨੇ ਜਿੱਥੋਂ ਤੱਕ ਜੋ ਕੁਝ ਵਸੂਲ ਹੋ ਸਕਦਾ ਕਰਨਾ ਸ਼ੁਰੂ ਕਰ ਦਿੱਤਾ। ਹੈਰਾਨੀ ਦੀ ਗੱਲ ਇਹ, ਜਿਉਂ-ਜਿਉਂ ਰੁਪਏ ਨਾਲ ਮੇਰਾ ਅੰਦਰ ਬਾਹਰ ਭਰਦਾ ਗਿਆ, ਉਨੀ ਤੇਜ਼ੀ ਨਾਲ ਮੇਰੀ ਭੁੱਖ ਵੱਧਦੀ ਗਈ। ਨਿਰਾ ਕਸਟੋਡੀਅਨ ਦੇ ਕੰਮ 'ਚੋਂ ਜਦੋਂ ਹਿਰਸ ਪੂਰੀ ਨਾ ਹੁੰਦੀ ਦਿਸੀ ਤਾਂ ਮੈਂ ਹੋਰ ਪਾਸੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ। ਵੱਡੇ ਅਫਸਰਾਂ ਤੱਕ ਮੇਰੀ ਪਹੁੰਚ ਤਾਂ ਪਹਿਲਾਂ ਹੀ ਘੱਟ ਨਹੀਂ ਸੀ। ਹੋਰ ਕੋਸ਼ਿਸ਼ ਕਰਕੇ ਮੈਂ ਉਹਨਾਂ ਨਾਲ ਮੇਲ ਜੋਲ ਵਧਾਉਣਾ ਸ਼ੁਰੂ ਕਰ ਦਿੱਤਾ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਮੇਰਾ ਅੰਦਰ ਬਾਹਰ ਦੌਲਤ ਨਾਲ ਭਰਦਾ ਗਿਆ। ਆਪਣੇ ਮਹਿਕਮੇ ਦੇ ਬਾਕੀ ਛੋਟੇ ਵੱਡੇ ਕਰਮਚਾਰੀ ਸਾਰੇ ਮੇਰੇ ਹਮਰਾਜ਼ ਬਣ ਗਏ। ਅਸੀਂ ਸਾਰਿਆਂ ਨੇ ਆਪੋ 'ਚ ਹਿੱਸੇ ਠਹਿਰਾ ਲਏ। ਜਦੋਂ ਵੀ ਕੋਈ ਕੇਸ ਮੇਰੇ ਹੱਥ 'ਚ ਆਉਂਦਾ, ਮੈਂ ਰੱਜਵੀਂ ਰਿਸ਼ਵਤ ਲੈ ਲੈਂਦਾ। ਫਿਰ ਅਸੀਂ ਸਾਰੇ ਉਸ ਰਕਮ ਨੂੰ ਆਪੋ 'ਚ ਵੰਡ ਲੈਂਦੇ। ਕਦੀ ਮੇਰੇ ਦਿਲ ਨੂੰ ਅਫਸੋਸ ਹੁੰਦਾ ਕਿ ਮੈਂ ਪਹਿਲਾਂ ਹੀ ਕਿਉਂ ਨਾ ਇਹ ਸਿਲਸਿਲਾ ਸ਼ੁਰੂ ਕਰ ਦਿੱਤਾ। ਜੇ ਕਰ ਦਿੰਦਾ ਤਾਂ ਹੁਣ ਤੱਕ ਕਰੋੜਪਤੀ ਬਣ ਜਾਣਾ ਸੀ। ਪਰ ਇੰਨੀ ਲੁੱਟਮਾਰ ਕਰਦਾ ਹੋਇਆ ਵੀ ਮੈਂ ਪਹਿਲਾਂ ਵਾਂਗ ਹੀ ਲੋਕਾਂ ਦੀ ਸ਼ਰਧਾ ਦਾ ਪਾਤਰ ਬਣਿਆ ਹੋਇਆ ਸੀ। ਲੋਕ ਉਸੇ ਤਰ੍ਹਾਂ ਮੈਨੂੰ ਧਰਮ ਦਾ ਛਤਰ ਤੇ ਰਾਜਾ ਭੋਜ ਦਾ ਅਵਤਾਰ ਸਮਝਦੇ। ਅਜੇ ਤੀਕ ਸਮਝ ਰਹੇ ਨੇ। ਉਹਨਾਂ ਦਿਨੀਂ ਲੋਹੇ ਦੀ ਮਾਰਕੀਟ 'ਚ ਅੰਨੀ ਲੁੱਟ ਮੱਚੀ ਸੀ। ਉਹ MLA ਜਿਹਦੀ ਮਦਦ ਨਾਲ ਮੈਨੂੰ 50-60 ਹਜ਼ਾਰ ਦੀ ਮਾਲੀਅਤ ਦਾ ਭਰਿਆ ਟਰੱਕ ਮਿਲਿਆ ਸੀ, ਉਸ ਨਾਲ ਮੇਰਾ ਦੋਸਤਾਨਾ ਹੋ ਗਿਆ। ਉਸ ਨਾਲ ਰਲ ਕੇ ਮੈਂ ਕਈ ਟਨ ਲੋਹੇ ਦੇ ਪਰਮਟ ਹਾਸਲ ਕਰ ਲਏ। ਫਿਰ ਤਾਂ ਸਮਝੋ ਦੌਲਤ ਦਾ ਮੀਂਹ ਵਰਨ ਲੱਗ ਪਿਆ। ਪਰ ਡਾਕਟਰ ਜੀ, ਪੁੰਨਿਆ ਨੇ ਪੁੱਛਿਆ, ਤੁਹਾਡੇ ਇਸ ਸਾਰੇ ਬਿਆਨ 'ਚ ਸ਼ੁਕਲ ਦਾ ਕਿਤੇ ਜ਼ਿਕਰ ਨਹੀਂ ਆਇਆ? ਸ਼ੁਕਲ ਨਾਲ ਮੇਰੀ ਸਾਂਝ ਪਈ ਨੂੰ ਤਾਂ ਥੋੜ੍ਹਾ ਹੀ ਚਿਰ ਹੋਇਆ ਹੈ। ਤਾਂ ਉਹਦਾ ਹਾਲ ਵੀ ਸੁਣਾ ਦਿਓ। ਉਹਦੇ ਨਾਂ ਜਿਹੜੀ ਤੁਸੀਂ ਅਲਾਟਮੈਂਟ ਕੀਤੀ ਸੀ, ਉਸ 'ਚੋਂ ਵੀ ਤਾਂ ਕਾਫੀ ਕੁਝ ਮਿਲਿਆ ਹੋਏਗਾ ਤੁਹਾਨੂੰ। ਡਾਕਟਰ ਬੋਲਿਆ, ਇਸ 'ਚ ਕੋਈ ਸ਼ੱਕ ਨਹੀਂ, ਸ਼ੁਕਲ ਪਾਸੋਂ ਵੀ ਮੈਂ ਰਿਸ਼ਵਤ ਲਈ, ਪਰ ਪੈਸਿਆਂ ਦੀ ਸ਼ਕਲ 'ਚ ਨਹੀਂ। ਹੋਰ ਕਿਸ ਸ਼ਕਲ 'ਚ? ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਲੈਜਿਸਲੇਟਿਵ ਦੀ ਜ਼ਿਮਨੀ ਚੋਣ ਲਈ ਖੜ੍ਹੇ ਹੋਣ ਦੀ ਤਿਆਰੀ ਕਾਫੀ ਚਿਰ ਤੋਂ ਕਰ ਰਿਹਾ। ਆਹੋ, ਪੁੰਨਿਆ ਨੇ ਚੋਟ ਲਾਈ। ਕਾਂਗਰਸੀ ਦੇ ਮੁਕਾਬਲੇ 'ਚ? ਬੇਸ਼ੱਕ। ਡਾਕਟਰ ਇਸ ਵੇਲੇ ਜਿਵੇਂ ਆਪਣੇ ਹਰ ਇੱਕ ਜੁਰਮ ਦੇ ਇਕਬਾਲ 'ਤੇ ਉਤਾਰੂ ਸੀ। ਤੁਹਾਨੂੰ ਪਤਾ ਹੀ ਹੈ, ਜਿੱਥੇ ਕਾਂਗਰਸ ਦੇ 2 ਗਰੁੱਪ ਬਣੇ ਹੋਏ ਨੇ, ਦੋਵਾਂ ਵੱਲੋਂ ਉਮੀਦਵਾਰ ਖੜ੍ਹੇ ਹੋਣਾ ਚਾਹੁੰਦੇ ਨੇ, ਜਿਨ੍ਹਾਂ 'ਚੋਂ ਇੱਕ ਨੂੰ ਤਾਂ ਹਰ ਹਾਲਤ 'ਚ ਹਾਰਨਾ ਹੀ ਪਏਗਾ। ਮੇਰੇ ਇਸੇ ਐਤਕਾਂ ਦੇ ਦੌਰੇ ਨੇ ਸਾਬਤ ਕਰ ਦਿੱਤਾ ਕਿ ਉਹਦੇ ਹੱਕ 'ਚ ਮੇਰੇ ਨਾਲੋਂ ਬਹੁਤ ਥੋੜ੍ਹੀਆਂ ਵੋਟਾਂ ਨੇ। ਖੈਰ, ਇਸ ਗੱਲ ਨੂੰ ਛੱਡੋ। ਸ਼ੁਕਲ ਨਾਲ ਮੇਰਾ ਇਹ ਫੈਸਲਾ ਹੋਇਆ ਸੀ ਕਿ ਉਹ ਮੈਨੂੰ ਚੋਣ ਲੜਨ 'ਚ ਮਦਦ ਦੇਵੇਗਾ ਤੇ ਮੈਂ ਪ੍ਰੈਸ 'ਤੇ ਉਹਦੇ ਰਿਹਾਇਸ਼ੀ ਮਕਾਨ ਦੀ ਅਲਾਟਮੈਂਟ ਉਹਦੇ ਨਾਂ ਕਰ ਦਿਆਂਗਾ। ਤਾਂ ਤੇ ਸ਼ੁਕਲ ਨੇ ਉਸ ਰਾਤ ਮੈਨੂੰ ਠੀਕ ਹੀ ਕਿਹਾ ਸੀ ਕਿ ਇਸ ਸਿਲਸਿਲੇ 'ਚ ਤੁਸੀਂ ਦੋਵੇਂ ਇੱਕੋ ਬੇੜੀ 'ਚ ਸਵਾਰ ਹੋ। ਅੱਛਾ, ਇੱਕ ਗੱਲ ਹੋਰ ਦੱਸੋ ਡਾਕਟਰ ਜੀ, ਅਸੈਂਬਲੀ ਦੇ ਮੈਂਬਰ ਬਣਨ ਤੋਂ ਤੁਹਾਡਾ ਕੀ ਮਕਸਦ ਹੈ? ਇਹੋ ਹੀ ਕਿ ਤੁਹਾਡੇ ਧਨ ਦੌਲਤ 'ਚ ਹੋਰ ਵਾਧਾ ਹੋ ਜਾਏ ਜਾਂ ਦੇਸ਼ ਸੇਵਾ? ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਦਾ ਪੁੰਨਿਆ ਕਿ ਕੀ ਇਹਨਾਂ ਸਾਰੇ ਗੁਨਾਹਾਂ ਨੂੰ ਤੁਸੀਂ ਕਿਸੇ ਵੀ ਸ਼ਰਤ 'ਤੇ ਮੁਆਫ ਕਰ ਸਕੋਗੇ? ਹਾਂ, ਇੱਕ ਸ਼ਰਤ 'ਤੇ। ਕੀ? ਪ੍ਰਾਸ਼ਚਿਤ। ਮੈਂ ਪ੍ਰਾਸ਼ਚਿਤ ਕਰਨ ਨੂੰ ਤਿਆਰ ਹਾਂ, ਪਰ ਮੈਂ ਉਹੋ ਜਿਹਾ ਪ੍ਰਾਸ਼ਚਿਤ ਨਹੀਂ ਚਾਹੁੰਦੀ ਜਿਹੋ ਜਿਹਾ ਸ਼ੁਕਲ ਜੀ ਨੇ ਇੱਥੇ ਆ ਕੇ ਕਰਨਾ ਚਾਹਿਆ ਸੀ। ਸ਼ੁਕਲ ਜੀ ਨੇ? ਡਾਕਟਰ ਨੇ ਪੁੱਛਿਆ। ਉਹ ਕਿਸ ਤਰ੍ਹਾਂ ਦਾ? ਇਹਦੇ ਜਵਾਬ 'ਚ ਪੁੰਨਿਆ ਨੇ ਉਸ ਰਾਤ ਦੀ ਵਿਥਿਆ ਡਾਕਟਰ ਨੂੰ ਸੁਣਾ ਦਿੱਤੀ ਤੇ ਨਾਲ ਹੀ ਜਾਣ ਤੋਂ ਪਹਿਲਾਂ ਸ਼ੁਕਲ ਜੀ ਨੇ ਡਾਕਟਰ ਬਾਰੇ ਜਿਹੜਾ ਭੇਦ ਖੋਲ੍ਹਿਆ ਸੀ ਉਹ ਵੀ। ਸੁਣ ਕੇ ਡਾਕਟਰ ਦੀ ਸ਼ਰਮਿੰਦਗੀ 'ਚ ਹੋਰ ਵਾਧਾ ਹੋ ਗਿਆ।
ਉਹ ਮਸੇ ਇੰਨਾ ਹੀ ਕਹਿ ਸਕਿਆ, ਸ਼ੁਕਲ ਨੇ ਠੀਕ ਹੀ ਕਿਹਾ, ਜੋ ਕੁਝ ਮੇਰੇ ਬਾਬਤ ਕਿਹਾ। ਫਿਰ ਜ਼ਰਾ ਠਹਿਰ ਕੇ ਬੋਲਿਆ, ਪਰ ਮੈਂ ਉਸ ਵਰਗਾ ਪ੍ਰਾਸ਼ਚਿਤ ਨਹੀਂ ਕਰਾਂਗਾ ਪੁੰਨਿਆ ਜੀ, ਇਸ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ। ਹਾਂ, ਪ੍ਰਾਸ਼ਚਿਤ ਕਿੱਕਣ ਕਰਨਾ ਹੋਏਗਾ? ਜਾਣਦੇ ਹੋ ਤੁਹਾਡੇ ਪ੍ਰਾਸ਼ਚਿਤ ਦੇ ਅਰਥ ਕੀ ਹੋਣਗੇ? ਪੁੰਨਿਆ ਨੇ ਹਾਕਮਾਨਾ ਰੂਪ 'ਚ ਪੁੱਛਿਆ। ਜਾਣਦਾ, ਮੈਨੂੰ ਉਹ ਸਭ ਕੁਝ ਤਿਆਗਣਾ ਪਏਗਾ ਜੋ ਮੈਂ ਪੈਦਾ ਕੀਤਾ ਹੈ। ਜੋ ਤੁਸੀਂ ਇਹ ਕਰ ਸਕੋ ਤਾਂ ਪੁੰਨਿਆ ਜਨਮਾਂ ਜਨਮਾਂਤਰਾਂ ਲਈ ਤੁਹਾਡੀ ਹੋਏਗੀ। ਹਾਂ, ਮੈਂ ਪੁੱਛਿਆ ਸੀ, ਤੁਸੀਂ ਅਸੈਂਬਲੀ ਦੀ ਚੋਣ ਲਈ ਕਿਸ ਖਿਆਲ ਨਾਲ ਖੜੇ ਹੋਣਾ ਚਾਹੁੰਦੇ ਹੋ? ਹੁਣ ਜਦ ਕਿ ਲੁਕ ਲੁਕਾ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ, ਮੈਨੂੰ ਮੰਨਣਾ ਪਏਗਾ ਕਿ ਇਹ ਚੋਣ ਮੈਂ ਦੌਲਤ ਤੇ ਨਾਮ ਹਾਸਲ ਕਰਨ ਲਈ ਲੜਨ ਲੱਗਾ ਸੀ, ਭਾਵੇਂ ਜ਼ਾਹਿਰਾ ਤੌਰ 'ਤੇ ਇਹਦੀ ਸ਼ਕਲ ਕੁਝ ਵੀ ਹੋਵੇ। ਪੁੰਨਿਆ ਬੋਲੀ, ਅੱਜ ਤੁਸੀਂ ਮੇਰੀਆਂ ਨਜ਼ਰਾਂ 'ਚ 12 ਵੰਨੀ ਦਾ ਸੋਨਾ ਹੋ ਡਾਕਟਰ ਜੀ, ਪਰ ਜੇ ਫਿਰ ਇਸ 'ਚ ਕੋਈ ਖੋਟ, ਇਸ ਵਿੱਚ ਮੇਰੀ ਕੋਈ ਬਹਾਦਰੀ ਨਹੀਂ ਪੁੰਨਿਆ ਜੀ, ਤੁਸੀਂ ਮੇਰਾ ਖੋਟ ਦੂਰ ਕੀਤਾ ਹੈ। ਅੱਗੋਂ ਲਈ ਵੀ ਤੁਹਾਡੇ ਪੁਰਸ਼ਾਰਥ ਨਾਲ ਹੀ ਸੁਰੱਖਿਅਤ ਰਹਿ ਸਕਾਂਗਾ। ਅੱਜ ਤੋਂ ਮੇਰੀ ਕਿਸ਼ਤੀ ਦਾ ਚੱਪੂ ਤੁਹਾਡੇ ਹੱਥ ਹੈ, ਜਿਸ ਪਾਸੇ ਚਾਹੋ ਇਹਨੂੰ ਲਿਜਾ ਸਕਦੇ ਹੋ। ਕੀ ਹੋਰ ਵੀ ਅਜੇ ਕੋਈ ਗੱਲ ਪੁੱਛਣੀ ਬਾਕੀ ਹੈ? ਸਭ ਕੁਝ ਪੁੱਛ ਲਿਆ, ਪੁੰਨਿਆ ਬਹੁਤ ਹੀ ਡੂੰਘੇ ਜਜ਼ਬੇ ਨਾਲ ਗਦਗਦ ਹੋ ਕੇ ਬੋਲੀ। ਹੁਣ ਸਿਰਫ ਦੱਸਣਾ ਬਾਕੀ ਹੈ। ਕੀ? ਤੁਸੀਂ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਸਾਰੇ ਪਹਿਲੂ ਮੈਨੂੰ ਦਿਖਾਏ ਨੇ, ਇਸ ਤਰ੍ਹਾਂ ਮੈਨੂੰ ਵੀ ਤਾਂ ਦਿਖਾਣੇ ਪੈਣਗੇ, ਪਰ ਮੈਂ ਇਹਦੀ ਲੋੜ ਨਹੀਂ ਸਮਝਦਾ। ਮੈਂ ਤਾਂ ਸਮਝਦੀ ਹਾਂ ਨਾ। ਚੰਗਾ, ਜੇ ਤੁਸੀਂ ਖਿਆਲ ਕਰਦੇ ਹੋ ਕਿ ਇਸ ਬਿਨਾਂ ਕੰਮ ਨਹੀਂ ਸਰ ਸਕਦਾ ਤੇ ਐਵੇਂ ਸਹੀ, ਪਰ ਅੱਜ ਨਹੀਂ ਡਾਕਟਰ ਜੀ, ਰਾਤ ਕਾਫੀ ਜਾ ਚੁੱਕੀ ਹੈ, ਹੁਣ ਰੋਟੀ ਪਾਣੀ ਦਾ ਵੀ ਤਾਂ ਕੁਝ ਕਰਨਾ ਹੈ। ਅੱਛਾ, ਇਹੋ ਸਹੀ, ਪਰ ਮੈਂ ਤੁਹਾਤੋਂ ਪੁੱਛਣਾ ਚਾਹੁੰਦਾ ਕਿ ਜਿਸ ਸ਼ੁਕਲ ਨੂੰ ਤੁਸੀਂ ਨਾਰਾਜ਼ ਕਰਕੇ ਭੇਜ ਚੁੱਕੇ ਹੋ, ਉਸ ਬਾਬਤ ਕੀ ਕਰਨਾ ਹੋਏਗਾ? ਉਹ ਬੜਾ ਖਤਰਨਾਕ ਆਦਮੀ ਹੈ, ਤੁਹਾਡੇ ਪਾਸੋਂ ਜਾ ਕੇ ਆਰਾਮ ਨਾਲ ਨਹੀਂ ਬੈਠਿਆ ਹੋਣਾ। ਜ਼ਰੂਰ ਕੋਈ ਨਾ ਕੋਈ ਚਾਲ ਚੱਲੇਗਾ, ਪਰ ਮੇਰਾ ਯਕੀਨ ਹੈ ਇਸ ਮਾਮਲੇ 'ਚੋਂ ਮੈਨੂੰ ਇੱਕ ਵਾਰ ਜ਼ਰੂਰ ਮਿਲੇਗਾ। ਸੋ ਤੁਸੀਂ ਦੱਸੋ ਉਸ ਬਾਰੇ ਕੀ ਕਰਨਾ ਹੋਏਗਾ? ਮੁਮਕਿਨ ਹੈ ਉਹ ਮੇਰੀ ਕੋਠੀ ਦੇ ਦੁਆਲੇ ਹੁਣ ਤੱਕ ਕਈ ਚੱਕਰ ਕੱਟ ਚੁੱਕਾ ਹੋਵੇ। ਮੈਂ ਉਹਨੂੰ ਦੱਸ ਚੁੱਕੀ ਹਾਂ ਕਿ ਉਹ ਪ੍ਰਾਸ਼ਚਿਤ ਕਰੇ, ਪਰ ਉਹ ਇਕਰਾਰ ਕਰਕੇ ਫਿਰ ਮੁੱਕਰ ਗਿਆ। ਇਸ ਗੱਲ ਦੀ ਉਸ ਪਾਸੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਜੋ ਉਹਦੇ ਹੱਥ ਆ ਚੁੱਕਾ ਹੈ, ਉਹਨੂੰ ਉਹ ਕਿਸੇ ਤਰ੍ਹਾਂ ਵੀ ਛੱਡਣ ਨੂੰ ਤਿਆਰ ਨਹੀਂ ਹੋਏਗਾ। ਤਾਂ ਫਿਰ ਇਹ ਸਾਰਾ ਕੇਸ ਪੁਲਿਸ 'ਚ ਦੇਣਾ ਪਏਗਾ ਡਾਕਟਰ ਜੀ, ਇਹਦਾ ਕੋਈ ਫਾਇਦਾ ਨਹੀਂ ਹੋਏਗਾ। ਕਿਉਂ? ਉਹਦੀਆਂ ਬਾਹਾਂ ਕਾਫੀ ਲੰਮੀਆਂ ਨੇ, ਕਾਨੂੰਨ ਦੇ ਤਿੱਖੇ ਦੰਦਾਂ ਹੇਠੋਂ ਬਚ ਨਿਕਲਣਾ ਉਸ ਲਈ ਕੁਝ ਵੀ ਮੁਸ਼ਕਲ ਨਹੀਂ। ਕੀ ਤੁਹਾਡੇ ਖਿਆਲ 'ਚ ਅਦਾਲਤ? ਗੱਲ ਟੋਕ ਕੇ ਡਾਕਟਰ ਬੋਲਿਆ, ਤੁਸੀਂ ਇਹਨਾਂ ਮਾਮਲਿਆਂ 'ਚ ਅਜੇ ਪਏ ਨਹੀਂ ਪੁੰਨਿਆ ਜੀ। ਅਦਾਲਤਾਂ ਸੱਚ ਝੂਠ ਜਾਂ ਚੋਰ ਸਾਧ ਦਾ ਨਿਤਾਰਾ ਉਸੇ ਹਾਲਤ 'ਚ ਕਰ ਸਕਦੀਆਂ ਨੇ ਜੇ ਉਹਨਾਂ ਤੀਕ ਸੱਚ ਦੀ ਪਹੁੰਚ ਹੋਵੇ। ਅਦਾਲਤਾਂ 'ਚ ਜਾਂਦਾ ਜਾਂਦਾ ਸੱਚ ਰਸਤੇ 'ਚ ਹੀ ਲੂਲਾ ਲੰਗੜਾ ਹੋ ਕੇ ਢਹਿ ਪੈਂਦਾ, ਪਰ ਇਹਦੇ ਮੁਕਾਬਲੇ 'ਚ ਝੂਠ ਟੁਰ ਕੇ ਨਹੀਂ, ਸਗੋਂ ਉੱਡ ਕੇ ਉੱਥੇ ਜਾ ਪਹੁੰਚਦਾ। ਤਾਂ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਅਦਾਲਤਾਂ ਪਾਸੋਂ ਇਨਸਾਫ ਦੀ ਉਮੀਦ ਹੀ ਛੱਡ ਦਈਏ। ਨਾ ਉਮੀਦ ਤਾਂ ਸਾਨੂੰ ਕਿਸੇ ਹਾਲਤ ਵਿੱਚ ਵੀ ਨਹੀਂ ਹੋਣਾ ਚਾਹੀਦਾ, ਪਰ ਮੈਨੂੰ ਡਰ ਹੈ ਕਿ ਸ਼ੁਕਲ ਵਰਗੇ ਕਾਨੂੰਨੀ ਚੀਥੜੇ ਦਾ ਮੁਕਾਬਲਾ ਕਰਨਾ ਕਾਫੀ ਮੁਸ਼ਕਿਲ ਹੈ। ਥੋੜ੍ਹੀ ਦੇਰ ਰੁਕਣ ਤੋਂ ਬਾਅਦ ਡਾਕਟਰ ਫਿਰ ਬੋਲਿਆ, ਪੁੰਨਿਆ ਜੀ, ਤੁਸੀਂ ਮੈਨੂੰ ਪ੍ਰਾਸ਼ਚਿਤ ਲਈ ਕਿਹਾ ਨਾ? ਹਾਂ, ਮੇਰੇ ਖਿਆਲ 'ਚ ਪ੍ਰਾਸ਼ਚਿਤ ਕਰਨ ਲਈ ਸਭ ਤੋਂ ਚੰਗੀ ਥਾਂ ਜੇਲ੍ਹ ਹੈ। ਇਹਦਾ ਮਤਲਬ? ਮੇਰੀ ਸਲਾਹ ਹੈ ਮੈਨੂੰ ਜੇਲ੍ਹ 'ਚ ਜਾ ਕੇ ਆਪਣੇ ਕੁਕਰਮਾਂ ਦਾ ਪ੍ਰਾਸ਼ਚਿਤ ਕਰਨਾ ਚਾਹੀਦਾ ਹੈ। ਮੈਂ ਆਪਣੇ ਗੁਨਾਹਾਂ ਦਾ ਇਕਬਾਲ ਕਰਕੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿਆਂਗਾ। ਮੈਨੂੰ ਹੁਣ ਸਮਝ ਆਈ ਹੈ ਕਿ ਜਦ ਤੱਕ ਮੈਂ ਪ੍ਰਾਸ਼ਚਿਤ ਦੀ ਭੱਠੀ 'ਚ ਪੈ ਕੇ ਆਪਣੀ ਗੰਦੀ ਆਤਮਾ ਨੂੰ ਸ਼ੁੱਧ ਨਹੀਂ ਕਰ ਲੈਂਦਾ, ਤਦ ਤੱਕ ਤੁਹਾਡਾ ਜੀਵਨ ਸਾਥੀ ਬਣਨ ਦਾ ਮੈਨੂੰ ਕੋਈ ਹੱਕ ਨਹੀਂ। ਇਹ ਮੈਂ ਜਾਣਦਾ ਕਿ ਜੇਲ੍ਹਵਾਸ ਦੀ ਹਾਲਤ ਵਿੱਚ ਮੈਨੂੰ ਕਾਫੀ ਚਿਰ ਤੋਂ ਹੱਥੋਂ ਵਿਛੜ ਕੇ ਰਹਿਣਾ ਪਏਗਾ, ਪਰ ਪੁੰਨਿਆ ਸ਼ਰਧਾ ਤੇ ਪਿਆਰ ਦੀ ਰੰਗਣ 'ਚ ਲਾਲ ਹੋ ਕੇ ਬੋਲੀ, ਵਿਛੋੜਾ ਨਹੀਂ ਡਾਕਟਰ ਜੀ, ਇਹੋ ਤਾਂ ਸਾਡੀਆਂ ਰੂਹਾਂ ਦਾ ਅਸਲ ਮਿਲਾਪ ਹੋਏਗਾ। ਯਕੀਨ ਰੱਖੋ ਕਿ ਪ੍ਰਾਸ਼ਚਿਤ ਕਰਨ 'ਚ ਜਿਹੜਾ ਸਮਾਂ ਬਿਤਾਓਗੇ, ਉਨਾ ਸਮਾਂ ਪੁੰਨਿਆ ਤੁਹਾਡੀ ਆਰਾਧਨਾ 'ਚ ਗੁਜ਼ਾਰੇਗੀ। ਪਰ ਕਿਉਂਕਿ ਅਜੇ ਇੱਕ ਹੋਰ ਦੀਵਾਰ ਸਾਡੇ ਦੋਵਾਂ ਵਿਚਾਲੇ ਮੌਜੂਦ ਹੈ, ਜਦ ਤੱਕ ਹਟ ਨਹੀਂ ਜਾਂਦੀ ਤਦ ਤੱਕ ਮੈਂ ਆਪਣੇ ਆਪ ਨੂੰ ਇਹਦਾ ਹੱਕਦਾਰ ਨਹੀਂ ਸਮਝਦੀ। ਤਾਂ ਉਹਨੂੰ ਵੀ ਦੂਰ ਕਰ ਦਿਓ ਲੱਗਦੇ ਹੱਥ। ਉਹਨੂੰ ਦੂਰ ਕਰਨਾ ਨਾ ਕਰਨਾ ਮੇਰੇ ਹੱਥ ਨਹੀਂ, ਤੁਹਾਡੇ ਹੱਥ ਹੈ। ਮੇਰੇ ਹੱਥ? ਪੁੰਨਿਆ ਜੀ, ਤੁਸੀਂ ਅਜੇ ਵੀ ਗਲਤਫਹਿਮੀ 'ਚ ਹੋ, ਜਦ ਕਿ ਤੁਹਾਡੇ ਆਪਣੇ ਤੇ ਤੁਹਾਡੇ ਦਰਮਿਆਨ ਮੈਨੂੰ ਵਾਲ ਜਿੰਨੀ ਵੀ ਵਿੱਥ ਨਜ਼ਰ ਨਹੀਂ ਆਉਂਦੀ। ਪਰਮਾਤਮਾ ਕਰੇ ਮੇਰੀ ਰਾਮ ਕਹਾਣੀ ਸੁਣਨ ਤੋਂ ਬਾਅਦ ਵੀ ਤੁਹਾਡਾ ਇਹ ਖਿਆਲ ਬਣਿਆ ਰਹੇ। ਕਹਾਣੀ ਛੱਡ ਕੇ ਕੋਈ ਵੱਡੀ ਤੋਂ ਵੱਡੀ ਘਟਨਾ ਵੀ ਮੇਰੇ ਖਿਆਲਾਂ 'ਚ ਜੁੰਬਸ਼ ਨਹੀਂ ਲਿਆ ਸਕਦੀ ਪੁੰਨਿਆ ਜੀ, ਇਸ ਗੱਲ ਦਾ ਮੈਂ ਤੁਹਾਨੂੰ ਯਕੀਨ ਦਿਵਾਉਣਾ। ਤੁਹਾਨੂੰ ਪ੍ਰਾਪਤ ਕਰਨ ਲਈ ਜੇ ਮੈਂ ਕਹਿ ਦਿਆਂ ਕਿ ਸਿਰ ਧੜ ਦੀ ਬਾਜੀ ਲਾਉਣ ਨੂੰ ਤਿਆਰ ਹਾਂ, ਤਾਂ ਤੁਸੀਂ ਇਹਨੂੰ ਅਤਕਥਨੀ ਨਹੀਂ ਸਮਝੋਗੇ। ਮੈਨੂੰ ਡਾਕਟਰ ਜੀ ਤੁਹਾਡੀ ਹਰ ਗੱਲ ਉੱਤੇ ਪੱਥਰ ਦੀ ਲੀਕ ਵਾਂਗ ਯਕੀਨ ਹੈ। ਫਿਰ ਵੀ ਖਤਰਾ ਹੈ ਕਿ ਮੇਰੀ ਹੱਡਬੀਤੀ ਸੁਣ ਕੇ ਤੁਸੀਂ ਸ਼ਾਇਦ ਆਪਣੇ ਇਰਾਦੇ 'ਤੇ ਕਾਇਮ ਨਾ ਰਹਿ ਸਕੋ। ਖੈਰ, ਇਸ ਗੱਲ ਦਾ ਜਵਾਬ ਤਾਂ ਵਕਤ ਹੀ ਰਹੇਗਾ। ਫਿਲਹਾਲ ਮੇਰਾ ਇਹੋ ਕਹਿਣਾ ਹੈ, ਤੁਸੀਂ ਹੁਣ ਬਿਨਾਂ 1 ਮਿੰਟ ਦੀ ਦੇਰੀ ਲਾਏ ਆਪਣੀ ਉਹ ਹੱਡਬੀਤੀ ਵੀ ਬਿਆਨ ਕਰ ਸੁੱਟੋ, ਤਾਂ ਜੋ ਮੇਰਾ ਆਖਰੀ ਇਮਤਿਹਾਨ ਵੀ ਹੋ ਜਾਏ।
ਤੁਹਾਡਾ ਨਹੀਂ, ਮੇਰਾ ਇਮਤਿਹਾਨ ਹੋਏਗਾ, ਮੇਰੀ ਕਿਸਮਤ ਦਾ ਤੇ ਮੇਰੇ ਭਵਿੱਖ ਦਾ। ਚਲੋ ਇਵੇਂ ਸਹੀ, ਪਰ ਹੁਣ ਦੇਰ ਨਾ ਲਾਓ। ਪਰ ਇਹ ਰਾਮ ਕਹਾਣੀ ਲੰਮੀ ਹੈ, ਉਤੋਂ ਰਾਤ ਵੀ ਕਾਫੀ ਬੀਤ ਚੁੱਕੀ ਹੈ। ਨਾਲੇ ਤੁਸੀਂ ਸਾਰੇ ਦਿਨ ਦੇ ਥੱਕੇ ਹੋਏ ਹੋ, ਰੋਟੀ ਵੀ ਅਜੇ ਖਾਣੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਇੱਕੋ ਗੱਲ 'ਚ ਹੈ, ਤੁਸੀਂ ਜੋ ਸੁਣਾਉਣਾ ਹੈ ਜਲਦੀ ਸੁਣਾ ਦਿਓ, ਨਹੀਂ ਤਾਂ ਮੇਰੇ ਦਿਲ ਦੀ ਬੇਆਰਾਮੀ ਵੱਧਦੀ ਜਾਏਗੀ। ਮੇਰਾ ਖਿਆਲ ਹੈ ਇਸ ਕੰਮ ਨੂੰ ਕੱਲ੍ਹ 'ਤੇ ਰਹਿਣ ਦਿੱਤਾ ਜਾਏ। ਨਾ ਨਾ, ਇਹ ਨਹੀਂ ਹੋਣਾ ਪੁੰਨਿਆ ਜੀ, ਇੰਨੀ ਉਡੀਕ ਕਰਨ ਦੀ ਤਾਕਤ ਮੇਰੇ 'ਚ ਨਹੀਂ। ਤਾਂ ਫਿਰ ਚਲੋ ਪਹਿਲਾਂ ਰੋਟੀ ਦਾ ਕੰਮ ਖਤਮ ਕਰ ਲਿਆ ਜਾਏ। ਹਾਂ ਚਲੋ। ਤੇ ਉਹ ਦੋਵੇਂ ਵਰਾਂਡੇ 'ਚ ਉੱਠ ਕੇ ਰਸੋਈ ਵੱਲ ਤੁਰ ਪਏ। ਅੰਗ 19ਵਾਂ। ਰੋਟੀ ਖਾ ਪੀ ਕੇ ਜਦ ਦੋਵੇਂ ਵਿਹਲੇ ਹੋਏ ਤਾਂ ਫਿਰ ਕਮਰੇ 'ਚ ਆਪੋ ਆਪਣੇ ਥਾਂ ਆ ਬੈਠੇ। ਆਕਾਸ਼ ਉੱਤੇ ਬੱਦਲਾਂ ਦਾ ਜਮਘਟਾ ਇੱਕ ਵਾਰੀ ਖਿੰਡ ਜਾਣ ਤੋਂ ਬਾਅਦ ਫਿਰ ਇਕੱਠਾ ਹੋਈ ਜਾ ਰਿਹਾ ਸੀ ਤੇ ਕਿਣਮਿਣ ਵੀ ਸ਼ੁਰੂ ਹੋ ਗਈ ਸੀ। ਡਾਕਟਰ ਦੇ ਅੰਗ ਸੰਗ ਉੱਤੇ ਖੁਸ਼ੀ ਖੇਡ ਰਹੀ ਸੀ, ਪਰ ਪੁੰਨਿਆ, ਜਿਹਦੀ ਜੀਵਨ ਪੁਸਤਕ 'ਚ ਅੱਜ ਕੋਈ ਨਵਾਂ ਕਾਂਡ ਲਿਖਿਆ ਜਾਣ ਵਾਲਾ ਸੀ, ਖੁਸ਼ੀ ਦੀ ਥਾਂ ਇਸ ਵੇਲੇ ਦਿਲਗੀਰੀ ਦੇ ਡੂੰਘੇ ਵਹਿਣ 'ਚ ਵਹਿ ਰਹੀ ਸੀ। ਡਾਕਟਰ ਨੇ ਇੱਕ ਦੋ ਵਾਰੀ ਧਿਆਨ ਨਾਲ ਉਸ ਵੱਲ ਤੱਕਿਆ ਤੇ ਤੱਕ ਕੇ ਇਸ ਬੇਵਕਤ ਦੀ ਉਸ ਉਦਾਸੀ ਦਾ ਕਾਰਨ ਉਸ ਪਾਸੋਂ ਪੁੱਛਣਾ ਚਾਹਿਆ, ਪਰ ਪੁੱਛ ਨਾ ਸਕਿਆ, ਕਿਉਂਕਿ ਪੁੰਨਿਆ ਜੋ ਕੁਝ ਸੁਣਾਉਣ ਲੱਗੀ ਸੀ, ਸਭ ਤੋਂ ਪਹਿਲਾਂ ਇਹੋ ਸੁਣਨ ਲਈ ਉਹ ਉਤਾਵਲਾ ਹੋ ਰਿਹਾ ਸੀ। ਪੁੰਨਿਆ ਨੇ ਦੱਸਣਾ ਸ਼ੁਰੂ ਕੀਤਾ। ਮੈਂ ਬਹੁਤ ਲੰਮਿਆਰ ਕੇ ਨਹੀਂ, ਸੰਖੇਪ 'ਚ ਦੱਸਾਂਗੀ। ਸਾਨੂੰ ਬਹੁਤ ਸਾਰੀਆਂ ਕੁੜੀਆਂ ਨੂੰ, ਜਿਨ੍ਹਾਂ ਦੀ ਗਿਣਤੀ ਮੈਂ ਨਹੀਂ ਸੀ ਕਰ ਸਕੀ, ਮੰਡੀ ਬਹਾਉਦੀਨ ਦੇ ਸਰਗੋਧੇ ਦੇ ਇਲਾਕੇ 'ਚੋਂ ਇਕੱਠਿਆਂ ਕਰਕੇ ਦੂਰ ਇੱਕ ਜੰਗਲ 'ਚ ਲਿਜਾਇਆ ਗਿਆ, ਜਿੱਥੇ ਬੈਠ ਕੇ ਉਹਨਾਂ ਲੋਕਾਂ ਨੇ ਗਰੁੱਪ ਦੇ ਹਿਸਾਬ ਨਾਲ ਆਪੋ 'ਚ ਸਾਡੀਆਂ ਵੰਡੀਆਂ ਪਾ ਲਈਆਂ। ਕਿਸੇ ਗਰੁੱਪ ਨੇ 10, ਕਿਸੇ ਨੇ 5, ਉਹਨਾਂ ਨੇ ਕੁੜੀਆਂ ਨੂੰ ਵੰਡ ਲਿਆ। ਇਸੇ ਤਰ੍ਹਾਂ ਸਾਨੂੰ 6-7 ਨੂੰ ਇੱਕ ਗਰੁੱਪ ਦੇ ਹਵਾਲੇ ਕਰ ਦਿੱਤਾ ਗਿਆ। ਉਸ ਤੋਂ ਬਾਅਦ ਰਾਤੋਂ ਰਾਤ ਸਾਨੂੰ ਇੱਕ ਪਿੰਡ ਜਿਹਦਾ ਨਾਂ ਖਾਰੀ ਅਸੀਂ ਲੈ ਗਏ। ਉਹਨਾਂ ਸਾਨੂੰ ਇੱਕ ਕੋਠੇ 'ਚ ਡੱਕ ਦਿੱਤਾ। ਦੂਜੇ ਦਿਨ ਉੱਥੋਂ ਕੱਢ ਕੇ ਇੱਕ ਹੋਰ ਥਾਂ ਲੈ ਗਏ, ਜਿੱਥੇ ਬਹੁਤ ਸਾਰੀ ਭੀੜ ਜੁੜੀ ਸੀ। ਸਭ ਤੋਂ ਪਹਿਲਾਂ ਤਾਂ ਉਹਨਾਂ ਸਾਰੀਆਂ ਕੁੜੀਆਂ ਦੀ ਤਲਾਸ਼ੀ ਲਈ, ਜੋ ਵੀ ਕਿਸੇ ਦੇ ਹੱਥੀਂ ਕੰਨੀ ਸੀ ਉਹਨਾਂ ਲਾ ਲਿਆ। ਮੇਰੇ ਕੋਲ ਤਾਂ ਕੋਈ ਗਹਿਣਾ ਨਹੀਂ ਸੀ ਤੇ ਨਾ ਹੀ ਮੈਨੂੰ ਪਾਉਣ ਦੀ ਆਦਤ ਸੀ। ਸਿਰਫ ਛੋਟਾ ਜਿਹਾ 2-2.5 ਤੋਲਿਆਂ ਦਾ ਲੌਕਟ ਮੇਰੀ ਗਲ 'ਚ ਸੀ, ਸੋ ਉਹ ਮੈਂ ਪਹਿਲਾਂ ਹੀ ਗਲੋਂ ਲਾ ਕੇ ਆਪਣੀ ਗੁੱਤ 'ਚ ਲੁਕਾ ਛੱਡਿਆ ਸੀ, ਜਿਸ ਕਰਕੇ ਉਹ ਬਚਿਆ ਰਿਹਾ। ਉਸ ਭੀੜ 'ਚ ਬਹੁਤੇ ਕੁੜੀਆਂ ਦੇ ਹੀ ਵਿਆਹਜੂ ਸਨ। ਸਾਰੀ ਦਿਹਾੜੀ ਇਹੋ ਝਗੜਾ ਚੱਲਦਾ ਰਿਹਾ, ਕਿਹੜੀ ਕੁੜੀ ਕਿਸ ਦੇ ਹਵਾਲੇ ਕੀਤੀ ਜਾਏ। ਜਦ ਉਹਨਾਂ 'ਚ ਕੋਈ ਸਮਝੌਤਾ ਨਾ ਹੋ ਸਕਿਆ ਤਾਂ ਇੱਕ ਬੁੱਢੇ ਮੌਲਵੀ ਜਿਹੇ ਨੂੰ ਗੱਲ ਦਾ ਅਖਤਿਆਰ ਦੇ ਦਿੱਤਾ ਗਿਆ ਕਿ ਉਹ ਆਪਣੀ ਮਰਜ਼ੀ ਨਾਲ ਜਿਹਨੂੰ ਚਾਹੇ ਦੇ ਦੇਵੇ। ਸਾਰੀਆਂ ਕੁੜੀਆਂ ਨੂੰ ਉਹ ਵਾਰੀ ਵੰਡਦਾ ਗਿਆ। ਜਦ ਮੇਰੀ ਵਾਰੀ ਆਈ ਤਾਂ ਉਹਨਾਂ ਵਿੱਚ ਫਿਰ ਹੰਗਾਮਾ ਸ਼ੁਰੂ ਹੋ ਗਿਆ। ਅਖੀਰ ਉਸ ਮੌਲਵੀ ਨੇ ਸਖਤੀ ਨਾਲ ਸਾਰਿਆਂ ਨੂੰ ਕਹਿ ਤਾ, ਜਾਓ, ਮੈਂ ਤੁਹਾਡੇ 'ਚੋਂ ਕਿਸੇ ਨੂੰ ਵੀ ਨਹੀਂ ਦਿੰਦਾ। ਇਹ ਕੁੜੀ ਉਸ ਮੁਹਾਜਰ ਨੂੰ ਦਿੱਤੀ ਜਾਏਗੀ ਜਿਹੜਾ ਵਿਚਾਰਾ ਆਪਣਾ ਕੁਨਬਾ ਹਿੰਦੁਸਤਾਨ 'ਚ ਕਤਲ ਕਰਵਾ ਕੇ ਆਇਆ। ਨਾਲੇ ਇਹ ਕੁੜੀ ਪੜ੍ਹੀ ਲਿਖੀ ਜਾਪਦੀ ਹੈ ਤੇ ਉਹ ਵੀ ਪੜ੍ਹਿਆ ਲਿਖਿਆ ਹੈ ਤੇ ਉਸੇ ਦੇ ਲਾਇਕ ਹੈ। ਇਸ ਤੋਂ ਬਾਅਦ ਸੋਤੇ ਪਏ ਮੌਲਵੀ ਨੇ ਮੈਨੂੰ 2 ਆਦਮੀਆਂ ਦੇ ਸਪੁਰਦ ਕਰ ਦਿੱਤਾ ਤੇ ਮੈਨੂੰ ਲਿਜਾ ਕੇ ਉਸ ਆਦਮੀ ਪਾਸ ਛੱਡ ਆਉਣ। ਥੋੜ੍ਹੀ ਦੇਰ ਬਾਅਦ ਉਹ ਮੈਨੂੰ ਲੈ ਟੁਰੇ ਤੇ ਪਿੰਡ ਦੇ ਪਿਛੋਕੜ ਇੱਕ ਅੱਧ ਪੱਕੇ ਘਰ ਦਾ ਬੂਹਾ ਜਾ ਖੜਕਾਇਆ। ਉਹ ਗੱਲ ਟੁੱਕ ਕੇ ਡਾਕਟਰ ਬੋਲਿਆ, ਮੈਂ ਸੋਚਦਾ ਤੁਹਾਡੇ ਲਈ ਕਿੰਨੀਆਂ ਔਖੀਆਂ ਘੜੀਆਂ ਹੋਣਗੀਆਂ, ਜਦ ਇੱਕ ਪਾਸੇ ਤਾਂ ਤੁਹਾਡੇ ਸਾਰੇ ਰਿਸ਼ਤੇਦਾਰ ਕਤਲ ਕਰ ਦਿੱਤੇ ਗਏ ਤੇ ਘਰ-ਬਾਰ ਲੁੱਟ ਲਿਆ ਗਿਆ, ਫਿਰ ਉਹਨਾਂ ਜ਼ਾਲਮਾਂ ਨੇ ਤੁਹਾਡੇ ਨਾਲ ਇਹ ਸਲੂਕ ਕੀਤਾ। ਯਕੀਨਨ ਉਸ ਵੇਲੇ ਤੁਹਾਡੀ ਬੜੀ ਕਾਬਲੇ ਰਹਿਮ ਹਾਲਤ ਹੋਏਗੀ। ਨਹੀਂ ਜੀ, ਪੁੰਨਿਆ ਬੋਲੀ, ਮੇਰੀ ਹਾਲਤ ਉਨੀ ਕਾਬਲੇ ਰਹਿਮ ਨਹੀਂ ਸੀ ਜਿੰਨੀ ਤੁਸੀਂ ਖਿਆਲ ਕਰਦੇ ਹੋ। ਸ਼ੁਰੂ 'ਚ ਰਿਸ਼ਤੇਦਾਰਾਂ ਦੀ ਮੌਤ ਵੇਲੇ ਮੇਰੇ ਦਿਲ ਨੂੰ ਜ਼ਰੂਰ ਸਦਮਾ ਪੁੱਜਾ। ਜਦ ਮੈਂ ਵੇਖਿਆ ਉਹਨਾਂ ਜ਼ਾਲਮਾਂ ਪਾਸੋਂ ਬਚਣ ਦਾ ਕੋਈ ਰਾਹ ਨਹੀਂ, ਮੇਰਾ ਦਿਲ ਕੀਤਾ ਆਤਮ ਹੱਤਿਆ ਕਰਕੇ ਆਉਣ ਵਾਲੀਆਂ ਮੁਸੀਬਤਾਂ ਤੋਂ ਆਪਣੇ ਆਪ ਨੂੰ ਬਚਾ ਲਵਾਂ। ਫਿਰ ਖਿਆਲ ਆਇਆ ਤਾਂ ਬੁਜ਼ਦਿਲੀ ਹੋਏਗੀ, ਦੁੱਖਾਂ ਮੁਸੀਬਤਾਂ ਪਾਸੋਂ ਡਰ ਕੇ ਜਾਨ ਗੁਆ ਬੈਠਾ। ਜਿਵੇਂ ਮਰਨਾ ਹੀ ਹੋਏਗਾ ਤਾਂ 1-2 ਨੂੰ ਤਾਂ ਮਾਰ ਕੇ ਮਰਾਂਗੀ। ਮੈਂ ਇਸ ਮਤਲਬ ਲਈ ਜਿਹੜਾ ਇੱਕ ਵਧੀਆ ਕਮਾਨੀਦਾਰ ਚਾਕੂ ਆਪਣੇ ਪਾਸ ਲੁਕਾਇਆ ਸੀ, ਜੇ ਕਦੀ ਉਹ ਮੇਰੇ ਪਾਸੋਂ ਖੋਹ ਨਾ ਲਿਆ ਜਾਂਦਾ ਤਾਂ ਜ਼ਰੂਰ ਮੈਂ ਕੁਝ ਨਾ ਕੁਝ ਕਰ ਗੁਜ਼ਰਨਾ ਸੀ। ਫਿਰ ਵੀ ਮੈਂ ਦਿਲ ਨਾ ਛੱਡਿਆ, ਪੱਕਾ ਇਰਾਦਾ ਬਣਾ ਲਿਆ, ਜਦੋਂ ਵੀ ਦਾਅ ਲੱਗੇਗਾ ਵਸਾ ਦੇ ਕੇ, ਧੋਖਾ ਕਰਕੇ, ਜਿਸ ਤਰੀਕੇ ਨਾਲ ਵੀ ਹੋ ਸਕੇਗਾ, ਆਪਣੇ ਰਿਸ਼ਤੇਦਾਰਾਂ ਦੇ ਖੂਨ ਦਾ ਬਦਲਾ ਲੈ ਕੇ ਮਰਾਂਗੀ। ਇਹ ਤਾਂ ਯਕੀਨ ਸੀ ਕਿ ਉਹਨਾਂ ਮੈਨੂੰ ਕਿਸੇ ਨਾ ਕਿਸੇ ਮੁਸਲਮਾਨ ਦੇ ਹਵਾਲੇ ਕਰ ਹੀ ਦੇਣਾ। ਫਿਰ ਵੀ, ਡਾਕਟਰ ਬੋਲਿਆ, ਉਸ ਵੇਲੇ ਜਦੋਂ ਵਹਿਸ਼ੀ ਤੁਹਾਨੂੰ ਇੱਕ ਦੈਂਤ ਦੇ ਹਵਾਲੇ ਕਰਨ ਲਈ ਲਿਜਾ ਰਹੇ ਸਨ, ਜ਼ਰੂਰ ਤੁਹਾਡੇ ਦਿਲ 'ਚ ਖੌਫ ਪੈਦਾ ਹੋਇਆ ਹੋਏਗਾ। ਹੋਇਆ ਸੀ, ਪੁੰਨਿਆ ਬੋਲੀ, ਪਰ ਐਡਾ ਜ਼ਿਆਦਾ ਨਹੀਂ, ਕਿਉਂਕਿ ਮਰਨ ਦੀ ਮੈਂ ਪਹਿਲਾਂ ਤੋਂ ਨੀਤ ਧਾਰ ਲਈ ਸੀ। ਜਦੋਂ ਜ਼ਿੰਦਗੀ ਦਾ ਲਾਲਚ ਹੀ ਨਾ ਰਿਹਾ ਹੋਵੇ, ਫਿਰ ਆਦਮੀ ਨੂੰ ਡਰ ਕਿਸ ਗੱਲ ਦਾ। ਮੈਂ ਤਾਂ ਸਿਰਫ ਇਸ ਲਈ ਜੀ ਰਹੀ ਸੀ ਕਿ ਕਿਸੇ ਢੰਗ ਨਾਲ ਦੁਸ਼ਮਣਾਂ ਦਾ ਖੂਨ ਕਰ ਸਕਾਂ। ਅੱਛਾ ਫਿਰ? ਡਾਕਟਰ ਨੇ ਪੁੱਛਿਆ। ਪੁੰਨਿਆ ਬੋਲੀ, ਉਹ ਦੋਵੇਂ ਆਦਮੀ ਮੈਨੂੰ ਨਾਲ ਲੈ ਕੇ ਉਸ ਮਕਾਨ ਅੱਗੇ ਜਾ ਪਹੁੰਚੇ।
ਉਹਨਾਂ ਬੂਹੇ ਨੂੰ ਧੱਕਾ ਦਿੱਤਾ, ਜਿਹੜਾ ਖੁੱਲ੍ਹਾ ਹੋਣ ਕਰਕੇ ਝਪੱਟ ਖੁੱਲ੍ਹ ਗਿਆ। ਅੰਦਰ ਹੀ ਕਾਲੇ 'ਚ ਮਿੱਟੀ ਦਾ ਦੀਵਾ ਜਗ ਰਿਹਾ ਸੀ, ਜਿਹਦੇ ਮੱਧਮ ਚਾਨਣ 'ਚ ਮੈਂ ਚੁਪਾਸੀ ਨਜ਼ਰ ਮਾਰ ਕੇ ਦੇਖਿਆ। ਕੋਠੜੀ ਜਾਂ ਕਮਰਾ ਜੋ ਵੀ ਉਹਨੂੰ ਕਹਿ ਲਓ, ਕਾਫੀ ਖੁੱਲ੍ਹਾ ਸੀ। ਇਹਦੇ ਵਿਚਕਾਰ ਕਰਕੇ ਮੰਜੇ 'ਤੇ ਗੁੱਛਾ ਮੁੱਛਾ ਹੋ ਕੇ ਇੱਕ ਆਦਮੀ ਪਿਆ ਸੀ। ਕਮਰਾ ਕਿਸੇ ਹਿੰਦੂ ਨਿਵਾਸੀ ਦਾ ਜਾਪਦਾ ਸੀ, ਕਿਉਂਕਿ ਉਹਦੀ ਬਾਹਰਲੀ ਕੰਧ ਉੱਤੇ ਦੀਵਾਲੀ ਪੂਜਾ ਦੀਆਂ ਕੁਝ ਸਿੱਧ ਪੱਧਰੀਆਂ ਤਸਵੀਰਾਂ, ਫੁੱਲ ਬੂਟੇ, ਓਮ ਤੇ ਸਾਸਤਿਕਾ ਦੇ ਚਿੰਨ੍ਹ ਵਾਏ ਹੋਏ ਸਨ। ਉਸ ਕਮਰੇ ਦੇ ਪਿੱਛੇ 2 ਕੋਠੜੀਆਂ ਸਨ। ਇੱਕ ਪਾਸੇ ਰਸੋਈ ਦਾ ਸਮਾਨ, ਕੁਝ ਭਾਂਡਾ ਟੀਂਡਾ ਸੀ, ਜਿਹਦੇ ਲਾਗੇ ਕੁਝ ਉਖੜੇ ਮੰਜੇ, ਹੋਰ ਕਿੰਨਾ ਹੀ ਰੱਦੀ ਖੱਦੀ ਸਮਾਨ ਖਿਲ ਰਿਹਾ ਸੀ। ਇੱਕ ਹੋਰ ਮੰਜੇ 'ਤੇ ਬਹੁਤ ਸਾਰੀਆਂ ਕਿਤਾਬਾਂ ਤੇ ਕਾਗਜ਼ ਪੱਤਰ ਰੱਖੇ ਸਨ। ਮੇਰੇ ਨਾਲ ਜਿਹੜੇ 2 ਆਦਮੀ ਸਨ, ਉਹਨਾਂ 'ਚੋਂ ਇੱਕ ਨੇ ਅੰਦਰ ਲੰਘ ਕੇ ਉਸ ਸੁੱਤੇ ਆਦਮੀ ਨੂੰ ਕਿਹਾ, ਲੈ ਓਏ ਮੁਨਸ਼ੀ, ਤੇਰੇ ਜੋਗੀ ਦੁਲਹਨ ਲਿਆਏ ਆ। ਅਤੇ ਦੂਜੇ ਨੇ ਮੈਨੂੰ ਅੰਦਰ ਵੱਲ ਧੱਕ ਦਿੱਤਾ। ਅੱਛਾ, ਫਿਰ? ਡਾਕਟਰ ਨੇ ਅਗਲੇ ਬਿਆਨ ਦੀ ਭਿਆਨਕਤਾ ਤੋਂ ਸਹਿਮ ਕੇ ਪੁੱਛਿਆ। ਫਿਰ ਉਸ ਤੁਹਾਡੇ ਨਾਲ ਕੀ ਸਲੂਕ ਕੀਤਾ? ਪੁੰਨਿਆ ਦੱਸਦੀ ਗਈ। ਧੱਕੀ ਹੋਈ ਮੈਂ 5-6 ਕਦਮ ਅੰਦਰ ਵੱਲ ਜਾ ਕੇ ਡਿੱਗਦੀ ਡਿੱਗਦੀ ਬਚੀ। ਉਸ ਵੇਲੇ ਮੇਰੇ ਅੰਦਰ ਇੱਕ ਨਵਾਂ ਡਰ ਪੈਦਾ ਹੋਇਆ, ਕਿਉਂਕਿ ਮੇਰੀ ਇੱਜ਼ਤ ਤੇ ਜਾਨ ਦੋਵੇਂ ਖਤਰੇ 'ਚ ਸੀ। ਫਿਰ ਵੀ ਮੇਰੇ ਦਿਲ ਨੂੰ ਯਕੀਨ ਸੀ ਕਿ ਜਾਨ ਭਾਵੇਂ ਚਲੀ ਜਾਏ, ਜਦ ਤੱਕ ਮੇਰੀ ਹੋਸ਼ ਆਵਾਜ਼ ਕਾਇਮ ਨੇ, ਇੱਜ਼ਤ ਨੂੰ ਖਤਰੇ 'ਚ ਨਹੀਂ ਪੈਣ ਦਿਆਂਗੀ। ਜਿਸ ਗੱਲ ਨੇ ਮੈਨੂੰ ਜ਼ਿਆਦਾ ਹੌਸਲਾ ਦਿੱਤਾ ਉਹ ਇਹ ਸੀ ਕਿ ਪਹਿਲੀ ਨਜ਼ਰੇ ਹੀ ਉਸ ਨੌਜਵਾਨ ਨੂੰ ਵੇਖ ਕੇ ਮੈਂ ਸਮਝ ਗਈ ਕਿ ਨੌਬਤ ਜੇ ਹੱਥੋਂ ਪਾਈ ਤੱਕ ਵੀ ਆ ਗਈ ਤਾਂ ਮੈਂ ਛੇਤੀ ਉਸ ਪਾਸੋਂ ਹਾਰਾਂਗੀ ਨਹੀਂ। ਉਹ ਸਰੀਰ ਦਾ ਬਹੁਤ ਤਕੜਾ ਨਹੀਂ ਸੀ, ਉਂਝ ਵੀ ਕੁੜੀ ਮੂੰਹਾਂ ਜਿਹਾ ਹੀ ਜਾਪਦਾ ਸੀ। ਅੱਛਾ, ਡਾਕਟਰ ਨੇ ਸਵਾਲ ਕੀਤਾ। ਉਸ ਫਿਰ ਤੁਹਾਡੇ ਨਾਲ ਕੀ ਸਲੂਕ ਕੀਤਾ? ਪੁੰਨਿਆ ਬੋਲੀ, ਉਹ ਜਿਸ ਕਰਵਟ ਪਿਆ ਸੀ ਪਿਆ ਹੀ ਰਿਹਾ। ਸਿਰਫ 1-2 ਵਾਰੀ ਸਿਰ ਚੁੱਕ ਕੇ ਉਸ ਮੇਰੇ ਵੱਲ ਤੱਕਿਆ ਤੇ ਬਸ। ਧੱਕਾ ਖਾ ਕੇ ਮੈਂ ਜਿਸ ਜਗ੍ਹਾ ਰੁਕੀ ਸੀ ਉੱਥੇ ਹੀ ਕਿੰਨਾ ਚਿਰ ਖੜੋਤੀ ਰਹੀ। ਪਹਿਲਾਂ ਤਾਂ ਮੇਰੀ ਸਲਾਹ ਹੋਈ ਕਿ ਉਸ ਆਦਮੀ ਦੀ ਅਣਗਹਿਲੀ ਤੋਂ ਫਾਇਦਾ ਉਠਾਵਾਂ ਤੇ ਝਪੱਟਾ ਮਾਰ ਕੇ ਉਹਦਾ ਗਲ ਘੁੱਟ ਸੁੱਟਾਂ, ਜਾਂ ਕੋਲ ਪਏ ਸੇਰੂਆ ਪਾਵਿਆਂ 'ਚੋਂ ਇੱਕ ਅੱਧ ਚੁੱਕ ਕੇ ਉਹਦੇ ਸਿਰ 'ਚ ਦੇ ਮਾਰਾਂ। ਪਰ ਇੰਨੇ ਥੋੜ੍ਹੇ ਕੰਮ ਨਾਲ ਮੇਰੀ ਤਸੱਲੀ ਨਹੀਂ ਸੀ ਹੋ ਸਕਦੀ। ਮੈਂ ਤਾਂ ਕਾਫੀ ਤਕੜਾ ਸ਼ਿਕਾਰ ਕਰਨਾ ਚਾਹੁੰਦੀ ਸੀ। ਘੱਟੋ ਘੱਟ ਓਨੀਆਂ ਜਾਨਾਂ ਤਾਂ ਜ਼ਰੂਰ ਲੈਣੀਆਂ ਚਾਹੁੰਦੀ ਸੀ ਜਿੰਨੇ ਮੇਰੇ ਘਰ ਦੇ ਮਾਰੇ ਗਏ ਸੀ। ਅਤੇ ਜਦੋਂ ਤੋਂ ਮੈਂ ਉਹਨਾਂ ਲੋਕਾਂ ਨੂੰ ਕਾਤਲਾਂ ਤੇ ਡਾਕੂਆਂ ਦੀ ਸ਼ਕਲ 'ਚ ਵੇਖ ਚੁੱਕੀ ਸੀ, ਮੈਨੂੰ ਹਰ ਇੱਕ ਮੁਸਲਮਾਨ ਤੋਂ ਨਫ਼ਰਤ ਹੋ ਰਹੀ ਸੀ। ਹਰ ਇੱਕ ਮੈਨੂੰ ਦਰਿੰਦਾ ਮਾਲੂਮ ਹੁੰਦਾ ਸੀ। ਜਿਉਂ ਹੀ ਮੈਂ ਉਸ ਮੰਜੇ 'ਤੇ ਪਈ ਹੋਈ ਨੂੰ ਤੱਕਿਆ ਕਿ ਨਫ਼ਰਤ ਨਾਲ ਮੇਰਾ ਅੰਦਰ ਬਲ ਉੱਠਿਆ। ਖਾਸ ਕਰ ਉਹਨਾਂ ਦੋਹਾਂ ਨੇ ਮੈਨੂੰ ਉਹਦੀ ਦੁਲਹਨ ਕਹਿ ਕੇ ਤਾਂ ਮੇਰਾ ਲੂੰ ਜ਼ਖਮੀ ਕਰ ਦਿੱਤਾ। ਮੈਂ ਨਫ਼ਰਤ ਨਾਲ ਉਸ ਵੱਲੋਂ ਮੂੰਹ ਫੇਰ ਲਿਆ। ਫਿਰ ਉਸ ਨੌਜਵਾਨ ਨੇ ਤੁਹਾਨੂੰ ਕੀ ਕੁਝ ਕਿਹਾ? ਸੁਣਿਆ? ਡਾਕਟਰ ਨੇ ਪੁੱਛਿਆ। ਕੁਛ ਵੀ ਨਾ, ਪੁੰਨਿਆ ਬੋਲੀ। ਮੇਰਾ ਖਿਆਲ ਸੀ ਉਹ ਮੈਨੂੰ ਵੇਖਦਿਆਂ ਹੀ ਉੱਠ ਕੇ ਮੇਰੇ ਵੱਲ ਆਏਗਾ ਜਾਂ ਮੈਨੂੰ ਕੁਝ ਨਾ ਕੁਝ ਪੁੱਛੇਗਾ, ਪਰ ਉਸ ਅੱਗੋਂ ਹੋਰ ਵੀ ਸਿਰ ਆਪਣੀਆਂ ਬਾਹਾਂ 'ਚ ਦੇ ਲਿਆ, ਜਿਵੇਂ ਉਹਦੇ ਕਮਰੇ 'ਚ ਕੋਈ ਆਇਆ ਹੀ ਨਹੀਂ। ਮੈਂ ਜਿੱਥੇ ਖੜੀ ਸੀ ਉੱਥੇ ਹੀ ਕਾਫੀ ਚਿਰ ਖੜੋਤੀ ਰਹੀ। ਦੋਵੇਂ ਆਦਮੀ ਚਲੇ ਗਏ। ਉਹਦੀ ਬੇਖਬਰੀ ਜਾਂ ਬੇਧਿਆਨੀ ਨੇ ਮੇਰਾ ਹੌਸਲਾ ਕਾਫੀ ਵਧਾ ਦਿੱਤਾ। ਡਰ ਤਾਂ ਉਸ ਪਾਸੋਂ ਮੈਨੂੰ ਪਹਿਲਾਂ ਵੀ ਬਹੁਤਾ ਨਹੀਂ ਸੀ। ਫਿਰ ਵੀ ਕਿਸੇ ਵੇਲੇ ਸੋਚਦੀ ਸਾਂ, ਜੇ ਇਕੱਠੇ 2-4 ਆਦਮੀ ਬਾਹਰੋਂ ਆ ਕੇ ਮੇਰੇ 'ਤੇ ਟੁੱਟ ਪਏ ਤਾਂ ਮੈਂ ਕੀ ਕਰਾਂਗੀ? ਮੇਰੇ ਕਿੰਨਾ ਚਿਰ ਖੜੀ ਰਹਿਣ 'ਤੇ ਵੀ ਜਦੋਂ ਹਰਕਤ 'ਚ ਨਾ ਆਇਆ ਤਾਂ ਮੈਂ ਕੋਠੜੀ 'ਚ ਇੱਧਰ ਉੱਧਰ ਫਿਰਨ ਲੱਗ ਪਈ। ਉਸ ਵੇਲੇ ਇੱਕ ਵਾਰੀ ਮੇਰੀ ਨੀਅਤ ਹੋਈ ਕਿ ਸੇਰੂ ਜਾਂ ਪਾਵੇ ਦੇ ਵਾਰ ਨਾਲ ਉਹਦਾ ਕੰਮ ਤਮਾਮ ਕਰ ਦਿਆਂ। ਕੀ ਪਤਾ ਹੈ ਇਹ ਤੋਂ ਬਾਅਦ ਇੰਨਾ ਕਰਨ ਦਾ ਮੌਕਾ ਵੀ ਨਾ ਮਿਲੇ। ਦੀਵਾ ਦੁਰਾਡਾ ਹੋਣ ਕਰਕੇ ਪਹਿਲਾਂ ਮੈਂ ਉਹਦਾ ਚਿਹਰਾ ਚੰਗੀ ਤਰ੍ਹਾਂ ਨਹੀਂ ਸੀ ਵੇਖ ਸਕੀ, ਪਰ ਜਦ ਮੈਂ ਪਰਲੇ ਪਾਸੇ ਹੋਈ ਜਿੱਧਰੋਂ ਉਸ ਉੱਤੇ ਚਾਨਣਾ ਪੈ ਰਿਹਾ ਸੀ ਤਾਂ ਉਹਦਾ ਮੂੰਹ ਮੈਨੂੰ ਸਾਫ਼ ਦਿਸਿਆ। ਉਹਦੀਆਂ ਅੱਖਾਂ ਇਸ ਤਰ੍ਹਾਂ ਤਾੜੇ ਲੱਗੀਆਂ ਸੀ ਜਿਵੇਂ ਕਿਸੇ ਮੁਰਦੇ ਜਾਂ ਪਾਗਲ ਦੀਆਂ ਅੱਖਾਂ ਰੁੰਨੀਆਂ ਹੋਈਆਂ, ਅਤੇ ਚਿਹਰਾ ਉਹਦਾ ਉਤਰਿਆ ਹੋਇਆ ਸੀ। ਮੈਂ ਬੜੀ ਹੈਰਾਨੀ ਨਾਲ ਵੇਖ ਰਹੀ ਸੀ ਕਿ ਮੇਰੀ ਮੌਜੂਦਗੀ ਦਾ ਵੀ ਉਸ 'ਤੇ ਕੋਈ ਅਸਰ ਨਹੀਂ ਸੀ, ਨਾ ਹੀ ਉਸ ਆਦਮੀ ਦੀ ਕਹੀ ਹੋਈ ਦੁਲਹਨ ਵਾਲੀ ਗੱਲ ਦਾ। ਅਤੇ ਮੈਂ ਜ਼ਰਾ ਹੋਰ ਨੇੜੇ ਹੋ ਕੇ ਤੱਕਿਆ ਅਤੇ ਉਹ ਰੋ ਰਿਹਾ ਸੀ। ਕਿੱਥੇ ਤਾਂ ਮੈਂ ਉਹਨੂੰ ਮਾਰ ਮੁਕਾਉਣ ਦੇ ਆਰ 'ਚ ਸੀ, ਕਿੱਥੇ ਹਾਲਤ ਕਿ ਉਸ ਉੱਤੇ ਮੈਨੂੰ ਤਰਸ ਜਿਹਾ ਆਉਣ ਲੱਗਾ। ਡਾਢਾ ਨਿਮਾਣਾ ਜਿਹਾ ਉਹਦਾ ਮੂੰਹ ਸੀ, ਜਿਸ 'ਤੇ ਡੂੰਘੇ ਗਮ ਦੇ ਨਿਸ਼ਾਨ ਸਨ। ਪਲ ਮਗਰੋਂ ਉੱਚੀ ਸਾਰੀ ਠੰਡਾ ਸਾਹ ਭਰਦਾ ਹੋਇਆ ਅੱਲਾ ਕਹਿੰਦਾ ਅਤੇ ਫਿਰ ਸਿਰ ਨੂੰ ਬਾਹਾਂ 'ਚ ਲੁਕਾ ਕੇ ਬੁਸਕਣ ਲੱਗ ਪੈਂਦਾ। ਮੈਨੂੰ ਉਸ ਮੌਲਵੀ ਦੀ ਕਈ ਗੱਲ ਚੇਤੇ ਆ ਗਈ ਜਿਹੜੀ ਉਸ ਕਹੀ ਸੀ, ਵਿਚਾਰਾ ਸਾਰਾ ਕੁਨਬਾ ਕਤਲ ਕਰਵਾ ਕੇ ਆਇਆ ਹੈ। ਮੈਨੂੰ ਯਕੀਨ ਹੋ ਗਿਆ ਕਿ ਭਾਵੇਂ ਇਹ ਵੀ ਮੇਰੇ ਵਾਂਗ ਮੁਸੀਬਤ ਦਾ ਮਾਰਿਆ ਹੋਇਆ ਹੈ, ਮੈਂ ਆਪ ਵੀ ਘੱਟ ਦੁਖੀ ਨਹੀਂ ਸੀ, ਪਰ ਉਹਦੀ ਹਾਲਤ ਨੇ ਮੇਰੇ ਦਿਲ 'ਚ ਨਫ਼ਰਤ ਦੀ ਥਾਂ ਕੁਝ ਹਮਦਰਦੀ ਪੈਦਾ ਕਰ ਦਿੱਤੀ। ਧੰਨਵਾਦ। ਚੱਲਦਾ।